ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ PT4 ਦੇ ਵਿੱਚ ਜੋ ਅਸੀਂ ਲੇਖ ਕੀਤਾ ਹੈ, ਲੇਖ ਮੇਰਾ ਮਨਪਸੰਦ ਅਧਿਆਪਕ, ਅਸੀਂ ਜਲਦੀ ਰਿਵਾਈਜ਼ ਕਰਾਂਗੇ। ਇਸ ਨੂੰ ਅਸੀਂ ਨੁਕਤਿਆਂ ਵਿੱਚ ਲਿਖਾਂਗੇ। ਸਭ ਤੋਂ ਪਹਿਲਾ ਨੁਕਤਾ ਹੈ ਭੂਮਿਕਾ। ਭੂਮਿਕਾ ਕੀ ਹੁੰਦੀ ਹੈ? ਇੰਟਰੋਡਕਸ਼ਨ। ਕਿ ਸਾਡੇ ਸਕੂਲ ਦੇ ਵਿੱਚ ਬਹੁਤ ਸਾਰੇ ਅਧਿਆਪਕ ਪੜ੍ਹਾਉਂਦੇ ਹਨ। ਸਾਰੇ ਹੀ ਅਧਿਆਪਕ ਬਹੁਤ ਵਧੀਆ ਪੜ੍ਹਾਉਂਦੇ ਹਨ ਅਤੇ ਮੇਰੇ ਮਨਪਸੰਦ ਵੀ ਹਨ, ਪਰ ਸਾਡੇ ਹਿੰਦੀ ਦੇ ਅਧਿਆਪਕ ਸ਼੍ਰੀਮਤੀ ਸੀਤਾ ਮੇਰੇ ਸਭ ਤੋਂ ਮਨਪਸੰਦ ਹਨ। ਠੀਕ ਹੈ, ਪਹਿਲਾਂ ਸਾਰੇ ਅਧਿਆਪਕਾਂ ਦੀ ਤਾਰੀਫ ਕਰ ਸਕਦੇ ਹੋ, ਉਸ ਤੋਂ ਬਾਅਦ ਜੋ ਤੁਹਾਡਾ ਫੇਵਰੇਟ ਹੈ ਉਸਦਾ ਨਾਮ ਲਿਖੋਗੇ ਕਿ ਮੇਰਾ ਇਹ ਟੀਚਰ ਸਭ ਤੋਂ ਫੇਵਰੇਟ ਹੈ। ਠੀਕ ਹੈ, ਫਿਰ ਉਹਨਾਂ ਦੀ ਉਮਰ ਤੇ ਉਹਨਾਂ ਦੀ ਵਿਦਿਅਕ ਯੋਗਤਾ ਬਾਰੇ ਲਿਖਾਂਗੇ ਕਿ ਉਹਨਾਂ ਦੀ ਉਮਰ 35 ਸਾਲ ਹੈ। ਉਹਨਾਂ ਨੇ MA BEd ਤੱਕ ਵਿਦਿਆ ਹਾਸਲ ਕੀਤੀ ਹੋਈ ਹੈ। MA BEd ਮਤਲਬ ਵਿਦਿਅਕ ਯੋਗਤਾ, ਕੁਆਲੀਫਿਕੇਸ਼ਨ। ਜਦੋਂ MA BEd, M ਦੇ ਉੱਤੇ ਅੱਧਕ ਆਏਗਾ, ਐਡ ਦੇ ਉੱਪਰ ਅੱਧਕ ਆਏਗਾ ਤੇ ਸਾਰਿਆਂ ਤੋਂ ਬਾਅਦ ਡਾਟ। ਠੀਕ ਹੈ, ਜਿਸ ਤਰ੍ਹਾਂ ਆਪਾਂ ਇੰਗਲਿਸ਼ ਵਿੱਚ ਕੁਆਲੀਫਿਕੇਸ਼ਨ ਲਿਖਦੇ ਹਾਂ, ਮਿਊਟ ਯੋਰਸੈਲਫ। ਜਦੋਂ ਅਸੀਂ ਇੰਗਲਿਸ਼ ਵਿੱਚ ਕੁਆਲੀਫਿਕੇਸ਼ਨ ਲਿਖਦੇ ਹਾਂ ਡਾਟ ਪਾਉਂਦੇ ਹਾਂ ਨਾ, M.A.MA। ਇਸੇ ਤਰ੍ਹਾਂ ਪੰਜਾਬੀ ਵਿੱਚ ਵੀ ਡਾਟ ਪਾਵਾਂਗੇ। ਉਸ ਤੋਂ ਬਾਅਦ ਅਧਿਆਪਕ ਦੇ ਗੁਣਾਂ ਬਾਰੇ ਦੱਸਾਂਗੇ। ਹਸਮੁਖ ਅਤੇ ਅਨੁਸ਼ਾਸਨ ਪਸੰਦ। ਹਸਮੁਖ ਜੋ ਹਮੇਸ਼ਾ ਹੱਸਦਾ ਚਿਹਰਾ ਹੋਵੇ। ਅਨੁਸ਼ਾਸਨ ਪਸੰਦ ਮਤਲਬ ਡਿਸਿਪਲਿਨ ਲਾਈਕ ਕਰਦਾ ਹੈ ਟੀਚਰ। ਠੀਕ ਹੈ, ਮੇਰੇ ਮਨਪਸੰਦ ਅਧਿਆਪਕ ਜੀ ਬੇਟੇ ਮਿਊਟ ਸਿਆ ਜੁਨੇਜਾ, ਸਿਆ ਜੁਨੇਜਾ, ਮਿਊਟ yourself। ਮੇਰੇ ਮਨਪਸੰਦ ਅਧਿਆਪਕ ਜੀ ਬਹੁਤ ਹਸਮੁਖ ਸੁਭਾਅ ਦੇ ਹਨ। ਉਹ ਸਭ ਨਾਲ ਮਿੱਠਾ ਬੋਲਦੇ ਹਨ। ਉਹ ਹਮੇਸ਼ਾ ਆਪਣੇ ਪੀਰੀਅਡ ਵਿੱਚ ਬੱਚਿਆਂ ਨੂੰ ਸਮੇਂ ਦੀ ਕਦਰ ਕਰਨ ਅਤੇ ਅਨੁਸ਼ਾਸਨ ਵਿੱਚ ਰਹਿਣ ਦੀ ਸਿੱਖਿਆ ਦਿੰਦੇ ਹਨ ਕਿ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਹਮੇਸ਼ਾ ਡਿਸਿਪਲਿਨ ਵਿੱਚ ਰਹਿਣਾ ਚਾਹੀਦਾ ਹੈ। ਸਾਡੇ ਹਿੰਦੀ ਦੇ ਟੀਚਰ, ਹਿੰਦੀ ਦੇ ਅਧਿਆਪਕ ਸਾਨੂੰ ਹਮੇਸ਼ਾ ਇਹ ਸਿੱਖਿਆ ਦਿੰਦੇ ਹਨ। ਇਸ ਤੋਂ ਬਾਅਦ ਹੈ ਮਹਾਨ ਸ਼ਖਸੀਅਤ। ਸ਼ਖਸੀਅਤ ਕੀ ਹੁੰਦੀ ਹੈ? ਪਰਸਨੈਲਿਟੀ। ਉਹਨਾਂ ਦੀ ਗ੍ਰੇਟ ਪਰਸਨੈਲਿਟੀ ਹੈ। ਮੇਰੇ ਅਧਿਆਪਕ ਜੀ ਇੱਕ ਮਹਾਨ ਸ਼ਖਸੀਅਤ ਦੇ ਮਾਲਕ ਹਨ। ਉਹ ਰੋਜ਼ ਸਵੇਰੇ ਉੱਠ ਕੇ ਸੈਰ ਕਰਨ ਜਾਂਦੇ ਹਨ, ਜਿਸ ਕਾਰਨ ਉਹ ਹਮੇਸ਼ਾ ਤੰਦਰੁਸਤ ਰਹਿੰਦੇ ਹਨ। ਉਹਨਾਂ ਦਾ ਖਾਣ ਪੀਣ ਅਤੇ ਪਹਿਰਾਵਾ ਬਹੁਤ ਸਾਦਾ ਹੈ, ਪਰ ਸੋਚ ਬਹੁਤ ਉੱਚੀ ਹੈ। ਯਾਨੀ ਕਿ ਸਿੰਪਲ ਲਿਵਿੰਗ, ਹਾਈ ਥਿੰਕਿੰਗ। ਕਿ ਬਿਲਕੁਲ ਉਹ ਸਾਦਗੀ ਵਿੱਚ ਰਹਿੰਦੇ ਹਨ, ਲੇਕਿਨ ਉਹਨਾਂ ਦੀ ਥਿੰਕਿੰਗ, ਉਹਨਾਂ ਦੀ ਸੋਚ ਬਹੁਤ ਉੱਚੀ ਹੈ। ਉਹਨਾਂ ਦੇ ਵਿਚਾਰ ਬਹੁਤ ਨੇਕ ਹਨ। ਇਸ ਤੋਂ ਬਾਅਦ ਹੈ ਪੜ੍ਹਾਉਣ ਦਾ ਢੰਗ ਕਿ ਉਹ ਕਿਸ ਤਰ੍ਹਾਂ ਪੜ੍ਹਾਉਂਦੇ ਹਨ। ਭਾਵੇਂ ਸਾਡੇ ਸਕੂਲ ਦੇ ਸਾਰੇ ਅਧਿਆਪਕ ਬਹੁਤ ਵਧੀਆ ਪੜ੍ਹਾਉਂਦੇ ਹਨ, ਪਰ ਸੀਤਾ ਮੈਡਮ ਦੇ ਪੜ੍ਹਾਉਣ ਦਾ ਢੰਗ ਸਭ ਤੋਂ ਵੱਖਰਾ ਹੈ। ਉਹ ਗੱਲਾਂ-ਗੱਲਾਂ ਵਿੱਚ ਹੀ ਸਭ ਕੁਝ ਸਮਝਾ ਦਿੰਦੇ ਹਨ। ਸ਼ਰਾਰਤੀ ਬੱਚੇ ਵੀ ਉਹਨਾਂ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਦੇ ਹਨ। ਉਸ ਤੋਂ ਬਾਅਦ ਹੈ ਵਿਦਿਆਰਥੀਆਂ ਦੇ ਚਹੇਤੇ। ਚਹੇਤੇ ਮਤਲਬ ਫੇਵਰੇਟ, ਕਿ ਉਹ ਸਟੂਡੈਂਟਸ ਦੇ ਫੇਵਰੇਟ ਹਨ। ਮੇਰੇ ਅਧਿਆਪਕ ਸਿਰਫ ਮੇਰੇ ਹੀ ਨਹੀਂ, ਸਗੋਂ ਸਾਰੇ ਹੀ ਵਿਦਿਆਰਥੀਆਂ ਦੇ ਚਹੇਤੇ ਹਨ। ਉਹ ਗਰੀਬ ਬੱਚਿਆਂ ਦੀ ਮਦਦ ਕਰਦੇ ਹਨ ਅਤੇ ਨਲਾਇਕ ਬੱਚਿਆਂ ਨੂੰ ਵਾਧੂ ਸਮਾਂ ਦੇ ਕੇ, ਐਕਸਟਰਾ ਟਾਈਮ ਦੇ ਕੇ ਪੜ੍ਹਾਉਂਦੇ ਹਨ। ਆਪਣੇ ਇਹਨਾਂ ਗੁਣਾਂ ਕਰਕੇ ਹੀ ਉਹ ਸਭ ਦੇ ਚਹੇਤੇ ਹਨ। ਪਰਮਾਤਮਾ ਉਹਨਾਂ ਦੀ ਉਮਰ ਲੰਮੀ ਕਰੇ। ਹਾਂਜੀ ਬੱਚੇ, ਇਸ ਤੋਂ ਬਾਅਦ ਅਸੀਂ ਚੈਪਟਰ ਕੀਤਾ ਸੀ ਅਖਬਾਰ। ਪ੍ਰਸ਼ਨ ਪੜ੍ਹੋ ਤੇ 4 ਆਪਸ਼ਨ ਦਿੱਤੇ ਗਏ ਹਨ। ਸਾਰਿਆਂ ਨੂੰ ਧਿਆਨ ਨਾਲ ਪੜ੍ਹੋ ਤੇ ਮੈਨੂੰ ਆਨਸਰ ਦਿਓ ਚੈਟ ਬਾਕਸ ਵਿੱਚ। ਐਵਰੀਵਨ 'ਚ ਆਨਸਰ ਆਉਣਾ ਚਾਹੀਦਾ ਹੈ। ਖਬਰਾਂ। ਨਹੀਂ ਬੇਟੇ, ਸਭ ਤੋਂ ਪਹਿਲਾਂ ਤੁਸੀਂ ਸਾਰੇ ਆਪਸ਼ਨ ਪੜ੍ਹੋ, ਹੋ ਸਕਦਾ ਹੈ ਕੋਈ ਹੋਰ ਆਪਸ਼ਨ ਸਹੀ ਹੋਵੇ। ਅਖਬਾਰ ਵਿੱਚ ਕੀ ਛਪਦਾ ਹੈ? ਕਈ ਬੱਚੇ ਆਪਸ਼ਨ ਨੰਬਰ 1 ਲਿਖ ਰਹੇ ਹਨ, ਸਿਰਫ ਖਬਰਾਂ ਛਪਦੀਆਂ ਹਨ। ਹੋਰ ਵੀ ਬਹੁਤ ਕੁਝ ਹੁੰਦਾ ਹੈ। ਸਾਰੇ ਆਪਸ਼ਨਸ ਨੂੰ ਧਿਆਨ ਨਾਲ ਦੇਖੋ। ਯੈਸ, ਫਸਟ ਆਪਸ਼ਨ ਹੈ ਖਬਰਾਂ, ਬਿਲਕੁਲ ਸਹੀ। ਖਬਰਾਂ ਵੀ ਛਪਦੀਆਂ ਹਨ। ਸੈਕੰਡ, ਕਹਾਣੀਆਂ। ਕਹਾਣੀਆਂ ਵੀ ਛਪਦੀਆਂ ਹਨ। ਨੰਬਰ 3 ਹੈ ਇਸ਼ਤਿਹਾਰ, ਵਿਗਿਆਪਨ, ਐਡਵਰਟਾਈਜ਼ਮੈਂਟ, ਇਹ ਵੀ ਛਪਦੇ ਹਨ। ਇਸ ਦਾ ਮਤਲਬ ਚੌਥਾ ਆਪਸ਼ਨ, ਮਤਲਬ ਉਪਰੋਕਤ ਸਾਰੇ, ਉੱਪਰ ਵਾਲੇ ਸਾਰੇ ਆਪਸ਼ਨ ਸਹੀ ਹਨ। ਫੋਰਥ ਆਪਸ਼ਨ ਰਾਈਟ ਹੈ, ਉਪਰੋਕਤ
सारे, उपरले सारे, ठीक है। नेक्स्ट क्वेश्चन अपने आप रीड करो ते चैट बॉक्स च उत्तर दियो। हुण तुहानू अपने आप भी रीडिंग करनी आनी चाहिदी है। ਵਪਾਰੀ ਕਿਸ ਦੀ ਮੰਗ ਵਧਾਉਣ ਲਈ ਇਸ਼ਤਿਹਾਰ ਛਪਵਾਉਂਦੇ ਹਨ? ਕਿਸ ਚੀਜ਼ ਦੀ ਮੰਗ ਵਧਾਉਣ ਵਾਸਤੇ, ਕਿਸ ਦੀ ਵਿਕਰੀ ਵਧਾਉਣ ਵਾਸਤੇ ਅਖਬਾਰ ਵਿੱਚ ਇਸ਼ਤਿਹਾਰ ਛਪਵਾਇਆ ਜਾਂਦਾ ਹੈ? ਰੱਦੀ ਦੀ, ਮਾਲ ਦੀ ਜਾਂ ਅਖਬਾਰ ਦੀ? ਬਿਲਕੁਲ ਸਹੀ, ਸੈਕੰਡ ਆਪਸ਼ਨ ਇਜ਼ ਰਾਈਟ, ਮਾਲ ਦੀ। ਜੋ ਉਹਨਾਂ ਦਾ ਸਮਾਨ ਹੁੰਦਾ ਹੈ, ਮਾਲ ਹੁੰਦਾ ਹੈ, ਉਹਦੀ ਵਿਕਰੀ ਜ਼ਿਆਦਾ ਹੋ ਜਾਵੇ, ਉਹ ਵੱਧ ਤੋਂ ਵੱਧ ਸੇਲ ਹੋਵੇ, ਇਸ ਵਾਸਤੇ ਵਪਾਰੀ ਅਖਬਾਰ ਵਿੱਚ ਇਸ਼ਤਿਹਾਰ, ਐਡਵਰਟਾਈਜ਼ਮੈਂਟ ਛਪਵਾਉਂਦੇ ਹਨ। ਨੈਕਸਟ, ਅਖਬਾਰ ਵਿੱਚ ਕਿੱਥੇ ਦੀਆਂ ਖਬਰਾਂ ਛਪਦੀਆਂ ਹਨ? ਧਿਆਨ ਨਾਲ ਸਾਰੇ ਆਪਸ਼ਨਸ ਦੇਖੋ। ਅਖਬਾਰ ਵਿੱਚ ਕਿੱਥੇ ਦੀਆਂ ਖਬਰਾਂ ਛਪਦੀਆਂ ਹਨ? ਬੇਟੇ ਅਨਮਿਊਟ ਨਹੀਂ ਕਰਨਾ ਖੁਦ ਨੂੰ। ਰਾਈਟ ਆਪਸ਼ਨ, ਕੁੱਲ ਸੰਸਾਰ ਪਿੰਡ ਦੀਆਂ, ਸ਼ਹਿਰ ਦੀਆਂ ਜਾਂ ਕੁੱਲ ਸੰਸਾਰ ਦੀਆਂ? ਯੈਸ, ਬਿਲਕੁਲ ਸਹੀ, ਥਰਡ ਆਪਸ਼ਨ, ਕੁੱਲ ਸੰਸਾਰ ਦੀਆਂ। ਅਖਬਾਰ ਵਿੱਚ ਹਰ ਫੀਲਡ ਨਾਲ ਰਿਲੇਟਡ, ਹਰ ਜਗ੍ਹਾ ਨਾਲ ਰਿਲੇਟਡ ਸਾਨੂੰ ਨਿਊਜ਼ ਮਿਲਦੀਆਂ ਹਨ। ਕੁੱਲ ਸੰਸਾਰ ਦੀਆਂ ਸਾਨੂੰ ਅਖਬਾਰ ਵਿੱਚ ਕੁੱਲ ਸੰਸਾਰ ਦਿਸਦਾ ਹੈ। ਕਵਿਤਾ ਵਿੱਚ ਅਸੀਂ ਪੜ੍ਹਿਆ ਹੈ, ਅਖਬਾਰ ਵਿੱਚ ਬਹੁਤ ਤਰ੍ਹਾਂ ਦੀਆਂ ਬੁਝਾਰਤਾਂ ਵੀ ਹੁੰਦੀਆਂ ਹਨ। ਬੁਝਾਰਤਾਂ ਨੂੰ ਪੜ੍ਹ ਕੇ ਅਸੀਂ ਕੀ ਕਰਨ ਲੱਗਦੇ ਹਾਂ? ਬੁਝਾਰਤਾਂ ਪੜ੍ਹ ਕੇ ਅਸੀਂ ਕੀ ਕਰਦੇ ਹਾਂ? ਚੈਟ ਬਾਕਸ 'ਚ ਉੱਤਰ ਦਿਓ। ਬੁਝਾਰਤਾਂ ਹੁੰਦੀਆਂ ਵਿੱਚ ਕੁਝ ਬੁਝਾਰਤਾਂ ਹੁੰਦੀਆਂ ਹਨ, ਜਿਵੇਂ ਕਿ ਇੱਕ ਡੱਬੀ ਵਿੱਚ 32 ਦਾਣੇ, ਬੁੱਝਣ ਵਾਲੇ ਬੜੇ ਸਿਆਣੇ। ਫਿਰ ਅਸੀਂ ਇਸ ਬੁਝਾਰਤ ਨੂੰ ਪੁੱਛਦੇ ਹਾਂ ਕਿ ਕੀ ਹੋਵੇਗਾ? ਬੁਝਾਰਤਾਂ ਪੜ੍ਹ ਕੇ ਅਸੀਂ ਸੋਚਣ ਲੱਗਦੇ ਹਾਂ, ਠੀਕ ਹੈ। ਸੈਕੰਡ ਆਪਸ਼ਨ ਹੈ ਹੱਸਦੇ। ਵਧੀਆ ਖਬਰਾਂ ਪੜ੍ਹ ਕੇ ਅਸੀਂ ਹੱਸਣ ਲੱਗਦੇ ਹਾਂ ਤੇ ਗਮ ਵਾਲੀਆਂ ਖਬਰਾਂ ਪੜ੍ਹ ਕੇ ਅਸੀਂ ਰੋਣ ਵੀ ਲੱਗ ਪੈਂਦੇ ਹਾਂ, ਉਦਾਸ ਹੋ ਜਾਂਦੇ ਹਾਂ, ਠੀਕ ਹੈ। ਲੇਕਿਨ ਬੁਝਾਰਤਾਂ ਪੜ੍ਹ ਕੇ ਅਸੀਂ ਸੋਚਦੇ ਹਾਂ, ਠੀਕ ਹੈ। ਇਸ ਤੋਂ ਬਾਅਦ ਹਨ ਸਾਡੇ ਪ੍ਰਸ਼ਨ ਉੱਤਰ। ਛੋਟੇ ਪ੍ਰਸ਼ਨ ਉੱਤਰ ਤੁਹਾਨੂੰ ਚੈਪਟਰ ਚੋਂ ਕਿਤੋਂ ਵੀ ਆ ਸਕਦੇ ਹਨ, ਇਸ ਵਾਸਤੇ ਤੁਸੀਂ ਚੰਗੀ ਤਰ੍ਹਾਂ ਇਸ ਕਵਿਤਾ ਨੂੰ ਪੜ੍ਹਨਾ ਹੈ। ਵੱਡੇ ਪ੍ਰਸ਼ਨ ਉੱਤਰ ਮੈਮ ਜਲਦੀ ਜਲਦੀ ਰਿਵਾਈਜ਼ ਕਰਾਉਣਗੇ। ਅਖਬਾਰ ਸਾਡੇ ਕੀ ਕੀ ਕੰਮ ਆਉਂਦੀ ਹੈ? ਅਖਬਾਰ ਸਾਡੇ ਲਈ ਭਾਂਤ ਹੁੰਦਾ ਹੈ, ਵੱਖ-ਵੱਖ ਭਾਂਤ ਦੀਆਂ ਖਬਰਾਂ ਤੋਂ ਇਲਾਵਾ ਕਵਿਤਾਵਾਂ, ਚੁਟਕਲੇ, ਬੁਝਾਰਤਾਂ ਅਤੇ ਕਹਾਣੀਆਂ ਆਦਿ ਲਿਆਉਂਦੀ ਹੈ। ਸੈਕੰਡ ਪ੍ਰਸ਼ਨ ਹੈ, ਅਖਬਾਰ ਸਾਨੂੰ ਕਿਹੋ ਜਿਹੀਆਂ ਖਬਰਾਂ ਦੱਸਦੀ ਹੈ? ਅਖਬਾਰ ਸਾਨੂੰ ਭਾਂਤ ਦੀਆਂ ਖਬਰਾਂ ਦੱਸਦੀ ਹੈ, ਜਿਨ੍ਹਾਂ ਨੂੰ ਪੜ੍ਹ ਕੇ ਕੋਈ ਹੱਸਦਾ ਹੈ ਅਤੇ ਕੋਈ ਰੋਂਦਾ ਹੈ। ਵਪਾਰੀ ਅਖਬਾਰ ਦੀ ਵਰਤੋਂ ਕਿਵੇਂ ਕਰਦੇ ਹਨ? ਵਪਾਰੀ ਅਖਬਾਰ ਦੀ ਵਰਤੋਂ ਆਪਣੇ ਮਾਲ ਦੀ ਮੰਗ ਵਧਾਉਣ ਲਈ ਇਸ਼ਤਿਹਾਰ ਛਪਵਾ ਕੇ ਕਰਦੇ ਹਨ। ਅਖਬਾਰ ਦੀ ਰੱਦੀ ਕਿਸ ਕੰਮ ਆਉਂਦੀ ਹੈ? ਅਖਬਾਰ ਦੀ ਰੱਦੀ ਖਰਚੇ ਵਿੱਚੋਂ ਖਰਚ ਬਚਾਉਣ ਦੇ ਕੰਮ ਆਉਂਦੀ ਹੈ, ਠੀਕ ਹੈ। ਇਸ ਤੋਂ ਬਾਅਦ ਹਨ ਵਾਕ ਬਣਾਓ। ਹਾਂਜੀ, ਹੈਂਡ ਰੇਜ਼ ਕਰੋ ਜੋ ਵਾਕ ਬਣਾਏਗਾ। ਮੈਮ ਜਿਸ ਦਾ ਨਾਮ ਲੈਣਗੇ ਸਿਰਫ ਉਹੀ ਬੱਚਾ ਖੁਦ ਨੂੰ ਅਨਮਿਊਟ ਕਰੇਗਾ। ਸਭ ਤੋਂ ਪਹਿਲਾ ਸ਼ਬਦ ਹੈ ਮਾਲ। ਮਾਲਵਿਕਾ। ਗੁੱਡ ਮਾਰਨਿੰਗ ਮੈਮ। ਗੁੱਡ ਮਾਰਨਿੰਗ। ਮਾਲ, ਸਾਡੇ ਘਰ ਬਹੁਤ ਸਾਰਾ ਮਾਲ ਆਇਆ ਹੈ। ठीक है, माल समान आया है, बिल्कुल सही। नेक्स्ट है रद्दी। दाक्षी। रद्दी शब्द। गुड मॉर्निंग मैम। हाँ जी, गुड मॉर्निंग बेटे। एक दिन एक रद्दी वाला मेरी गली विच आया। एक दिन एक रद्दी वाला साडी गली विच आया, बिल्कुल सही। इस तो बाद है शब्द भांत भांत। गर्विता शर्मा। गर्विता शर्मा, अनम्यूट योरसेल्फ। दिवाली वाले दिन दशहरे वाले दिन भांत दे मेले लगदे हन। दशहरे वाले दिन भांत ਦੀਆਂ ਦੁਕਾਨਾਂ ਸਜਦੀਆਂ ਹਨ, ਠੀਕ ਹੈ। ਮੇਲਾ ਨਹੀਂ ਅਸੀਂ ਕਹਿ ਸਕਦੇ ਭਾਂਤ ਦਾ, ਕਿਉਂਕਿ ਮੇਲਾ ਇੱਕੋ ਤਰ੍ਹਾਂ ਦਾ ਹੀ ਹੁੰਦਾ ਹੈ ਹਰ ਪਾਸੇ। ਇਸ ਤੋਂ ਬਾਅਦ ਸ਼ਬਦ ਹੈ ਇਸ਼ਤਿਹਾਰ। ਹਰਗੁਣ ਕੌਰ। ਇਸ਼ਤਿਹਾਰ। ਹਾਂਜੀ ਬੱਚੇ, ਗੁੱਡ ਮਾਰਨਿੰਗ।
ਅੱਜ ਅਖਬਾਰ ਵਿੱਚ ਬਹੁਤ ਵਧੀਆ ਇਸ਼ਤਿਹਾਰ छपया है। बिल्कुल सही। खर्च, जानवी बंगड़। जानवी बंगड़, unmute yourself। मैम यस खर्च शब्द का वाक बनाओ। खर्च शब्द का वाक बनाओ जानवी। मैं अपना एक खिडौना खर्च दिता। खिडौना खर्च दिता। मैं अपने एक खिडौने वास्ते 10 रुपए खर्च दिते। 100 रुपया खर्च दिता। खिडौना किस तरह खर्चा जाएगा? नेक्स्ट, उंगली करनी मुहावरे का की अर्थ है? रेज योर हैंड। उंगली करनी मुहावरे का की अर्थ है? कौन दसेगा? वंशिका, वधावा। मैम शक करना। अनम्यूट योरसेल्फ। मैम दोष उंगली लाना। करनी इल्जाम लाना। ठीक है, उंगली करनी दोष लाना, किसी ते इल्जाम लाना, किसी नु ब्लेम करना किसी गल वास्ते उंगली करनी। ठीक है, नेक्स्ट रीड करो, कौन इसका अर्थ दसेगा? इनप्रीत कौर। कैन आई? इनप्रीत। ईन मननी मुहावरे का की अर्थ है? इनप्रीत गिव आंसर। मैम कैन आई टेल मनोराज? ओके यस वनराज, यू टेल। हार मननी। बिल्कुल सही। ईन मननी, हार मननी। नेक्स्ट, ढिड विच चूहे नचना। एन्स। मैम बहुत भुख लगनी। बहुत भुख लगनी। ढिड विच चूहे नचना मुहावरे का अर्थ है बहुत भुख लगनी। हुण जल्दी ਅਸੀਂ ਸਾਰੇ ਮੁਹਾਵਰੇ ਰਿਵਾਈਜ਼ ਕਰਾਂਗੇ ਜੋ ਅਸੀਂ PT4 ਦੇ ਦੌਰਾਨ ਕੀਤੇ ਹਨ। ਠੀਕ ਹੈ, ਸਭ ਤੋਂ ਪਹਿਲਾ ਮੁਹਾਵਰਾ ਹੈ ਅੱਗ ਦੇ ਭਾਅ ਹੋਣਾ। ਅੱਗ ਦੇ ਭਾਅ ਹੋਣਾ ਮਤਲਬ ਬਹੁਤ ਮਹਿੰਗਾ ਹੋਣਾ। ਚੀਜ਼ ਦੀ ਜਦੋਂ ਕਾਸਟ ਵੱਧ ਜਾਂਦੀ ਹੈ ਨਾ, ਆਪਾਂ ਕਹਿੰਦੇ ਇਹ ਚੀਜ਼ ਤਾਂ ਅੱਗ ਦੇ ਭਾਅ ਹੋ ਗਈ ਹੈ। ਅੱਜ ਕੱਲ ਸਭ ਚੀਜ਼ਾਂ ਅੱਗ ਦੇ ਭਾਅ ਹੋ ਗਈਆਂ ਹਨ। ਅੱਗ ਦੇ ਭਾਅ ਹੋਣਾ ਯਾਨੀ ਕਿ ਬਹੁਤ ਮਹਿੰਗੀਆਂ ਹੋ ਗਈਆਂ ਹਨ। ਨੈਕਸਟ ਹੈ ਈਨ ਮੰਨਣੀ। ਈਨ ਮੰਨਣੀ ਤੋਂ ਭਾਵ ਹੈ ਹਾਰ ਮੰਨਣੀ। ਕੋਸ਼ਿਸ਼ ਕਰਨ ਤੋਂ ਪਹਿਲਾਂ ਹੀ ਉਸਨੇ ਈਨ ਮੰਨ ਲਈ, ਯਾਨੀ ਕਿ ਐਫਰਟਸ ਕਰਨ ਤੋਂ ਪਹਿਲਾਂ ਹੀ ਉਸਨੇ ਹਾਰ ਮੰਨ ਲਈ, ਈਨ ਮੰਨ ਲਈ। ਜਦੋਂ ਅਸੀਂ ਵਾਕ ਬਣਾਉਣਾ ਹੈ ਨਾ, ਵਾਕ ਵਿੱਚ ਮੁਹਾਵਰਾ ਆਉਣਾ ਚਾਹੀਦਾ ਹੈ। ਮੁਹਾਵਰੇ ਦਾ ਅਰਥ ਨਹੀਂ ਲਿਖਣਾ ਤੁਸੀਂ ਵਾਕ ਵਿੱਚ। ਠੀਕ ਹੈ, ਯਾਨੀ ਕਿ ਇਸ ਤਰ੍ਹਾਂ ਨਹੀਂ ਲਿਖਣਾ ਕਿ ਕੋਸ਼ਿਸ਼ ਕਰਨ ਤੋਂ ਪਹਿਲਾਂ ਉਸਨੇ ਹਾਰ ਮੰਨ ਲਈ। ਹਾਰ ਮੰਨਣਾ ਉਸਦਾ ਅਰਥ ਹੈ। ਮੁਹਾਵਰਾ ਹੈ ਈਨ ਮੰਨਣੀ, ਕਿ ਕੋਸ਼ਿਸ਼ ਕਰਨ ਤੋਂ ਪਹਿਲਾਂ ਉਸਨੇ ਈਨ ਮੰਨ ਲਈ। ਮੈਮ ਅਸੀਂ ਵਾਕ ਬਣਾਉਣੀ ਉਹਦਾ ਲਿਖਣਾ। ਹਾਂਜੀ, ਜੇ ਤੁਹਾਨੂੰ ਸਿਰਫ ਅਰਥ ਲਿਖਣ ਨੂੰ ਕਿਹਾ ਗਿਆ ਹੈ, ਤੁਸੀਂ ਸਿਰਫ ਮੁਹਾਵਰੇ ਦਾ ਅਰਥ ਲਿਖੋਗੇ। ਜੇਕਰ ਕਿਹਾ ਗਿਆ ਹੈ ਕਿ ਅਰਥ ਲਿਖ ਕੇ ਵਾਕ ਬਣਾਓ, ਤਾਂ ਫਿਰ ਅਰਥ ਵੀ ਲਿਖਣਾ ਹੈ, ਵਾਕ ਵੀ ਬਣਾਉਣਾ ਹੈ। ਅੱਗੇ ਹੈ ਢਿੱਡ ਵਿੱਚ ਚੂਹੇ ਨੱਚਣੇ, ਯਾਨੀ ਕਿ ਬਹੁਤ ਭੁੱਖ ਲੱਗਣੀ। 2 ਦਿਨਾਂ ਤੋਂ ਕੁਝ ਨਾ ਖਾਣ ਕਰਕੇ ਮੇਰੇ ਢਿੱਡ ਵਿੱਚ ਚੂਹੇ ਨੱਚ ਰਹੇ ਹਨ। ਅੱਗੇ ਹੈ ਰੰਗ ਉੱਡ ਜਾਣਾ। ਰੰਗ ਉੱਡ ਜਾਣਾ ਮਤਲਬ ਘਬਰਾ ਜਾਣਾ। ਪੁਲਿਸ ਨੂੰ ਦੇਖ ਕੇ ਚੋਰ ਦਾ ਰੰਗ ਉੱਡ ਗਿਆ, ਯਾਨੀ ਕਿ ਚੋਰ ਘਬਰਾ ਗਿਆ। ਉਂਗਲ ਕਰਨੀ, ਦੋਸ਼ ਲਾਉਣਾ, ਇਲਜ਼ਾਮ ਲਾਉਣਾ, ਕਿਸੇ ਨੂੰ ਬਲੇਮ ਕਰਨਾ। ਈਮਾਨਦਾਰ ਵਿਅਕਤੀ ਤੇ ਕੋਈ ਉਂਗਲ ਨਹੀਂ ਕਰ ਸਕਦਾ। ਈਮਾਨਦਾਰ ਮਤਲਬ ਓਨੈਸਟ। ਜੋ ਬੰਦਾ ਓਨੈਸਟ ਹੈ, ਉਸ ਬੰਦੇ ਤੇ ਕੋਈ ਦੋਸ਼ ਨਹੀਂ ਲਗਾ ਸਕਦਾ, ਕੋਈ ਇਲਜ਼ਾਮ ਨਹੀਂ ਲਗਾ ਸਕਦਾ। ਠੀਕ ਹੈ, ਉਂਗਲ ਨਹੀਂ ਕਰ ਸਕਦਾ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੱਸੋ। ਮਿੱਟੀ ਦੇ ਬਰਤਨ ਬਣਾਉਣ ਵਾਲੇ ਨੂੰ ਅਸੀਂ ਕੀ ਕਹਿੰਦੇ ਹਾਂ? ਚੈਟ ਬਾਕਸ ਵਿੱਚ ਉੱਤਰ ਦਿਓ। ਮਿੱਟੀ ਦੇ ਬਰਤਨ ਬਣਾਉਣ ਵਾਲਾ, ਇਸ ਵਾਸਤੇ ਕਿਹੜਾ ਇੱਕ ਸ਼ਬਦ ਇਸਤੇਮਾਲ ਹੋਵੇਗਾ? ਘੁੰਮਿਆ। ਬੱਚੇ ਡੋਂਟ ਅਨਮਿਊਟ ਯੋਰਸੈਲਫ। ਸਭ ਤੋਂ ਪਹਿਲਾ ਸ਼ਬਦ ਹੈ ਲੁਹਾਰ। ਲੁਹਾਰ ਹੁੰਦਾ ਹੈ ਲੋਹੇ ਦਾ ਕੰਮ ਕਰਨ ਵਾਲਾ। ਥਰਡ ਆਪਸ਼ਨ ਹੈ ਸੁਨਿਆਰਾ। ਸੁਨਿਆਰਾ ਜੋ ਸੋਨੇ ਦਾ ਕੰਮ ਕਰਦਾ ਹੈ, ਸੋਨੇ ਦੇ ਗਹਿਣੇ ਬਣਾਉਂਦਾ ਹੈ। ਸਹੀ ਆਪਸ਼ਨ ਹੈ ਘੁਮਿਆਰ, ਜੋ ਮਿੱਟੀ ਦੇ ਬਰਤਨ ਬਣਾਉਂਦਾ ਹੈ। ਠੀਕ ਹੈ, ਨੈਕਸਟ
ਆਪਣੇ ਆਪ ਪੜੋ ਤੇ ਮੈਨੂੰ ਆਨਸਰ ਦਿਓ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਇਸ ਵਾਸਤੇ ਕਿਹੜਾ ਇੱਕ ਸ਼ਬਦ ਇਸਤੇਮਾਲ ਹੋਵੇਗਾ? ਜੋ ਆਦਮੀ ਪੈਸੇ ਖਰਚ ਨਾ ਕਰੇ। ਜੋ ਆਦਮੀ ਪੈਸੇ ਖਰਚ ਨਾ ਕਰੇ ਉਸਨੂੰ ਕਿਹਾ ਜਾਂਦਾ ਹੈ ਕੰਜੂਸ। ਠੀਕ ਹੈ, ਯਾਨੀ ਕਿ ਬਹੁਤ ਜ਼ਿਆਦਾ ਘੱਟ ਪੈਸੇ ਚਲਾਵੇ, ਖਰਚ ਕੇ ਖੁਸ਼ ਹੀ ਨਾ ਹੋਵੇ, ਉਸਨੂੰ ਗਰੀਬ ਨਹੀਂ, ਸਮਝਦਾਰ ਨਹੀਂ। ਕਿਉਂਕਿ ਸਮਝਦਾਰ ਬੰਦੇ ਨੂੰ ਪਤਾ ਹੁੰਦਾ ਹੈ ਕਿ ਕਿੱਥੇ ਮੈਂ ਖਰਚ ਕਰਨਾ ਹੈ ਤੇ ਕਿੱਥੇ ਨਹੀਂ ਕਰਨਾ ਹੈ। ਅੱਗੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਕਵਿਤਾ ਲਿਖਣ ਵਾਲਾ। ਜੋ ਵਿਅਕਤੀ ਕਵਿਤਾ ਲਿਖਦਾ ਹੈ ਉਸਨੂੰ ਕੀ ਕਿਹਾ ਜਾਂਦਾ ਹੈ? ਫਸਟ ਆਪਸ਼ਨ ਹੈ ਪਾਠਕ। ਪਾਠਕ ਹੁੰਦਾ ਹੈ ਜੋ ਪੜ੍ਹ ਰਿਹਾ ਹੋਵੇ, ਰੀਡਰ। ਪਾਠਕ ਮਤਲਬ ਰੀਡਰ, ਜੋ ਪੜ੍ਹ ਰਿਹਾ ਹੋਵੇ। ਕਹਾਣੀਕਾਰ ਜੋ ਕਹਾਣੀ ਲਿਖਦਾ ਹੈ। ਤੇ ਥਰਡ ਆਪਸ਼ਨ ਹੈ ਕਵੀ। ਕਵੀ ਜੋ ਕਵਿਤਾ ਲਿਖਦਾ ਹੈ। ਕੱਕਾ ਵਾਵੇ ਨੂੰ ਬਿਹਾਰੀ ਆਵੇਗੀ। ਹਿੰਦੀ ਵਿੱਚ ਅਸੀਂ ਸਿਹਾਰੀ ਪਾਉਂਦੇ ਹਾਂ ਕਵੀ ਵਿੱਚ, ਯਾਨੀ ਕਿ ਛੋਟੀ ਈ ਕੀ ਮਾਤਰਾ। ਪੰਜਾਬੀ ਵਿੱਚ ਬੜੀ ਈ, ਲੰਬੀ ਸਾਊਂਡ ਹੈ ਕਵੀ। ਠੀਕ ਹੈ, ਕਵੀ, ਬਿਹਾਰੀ ਆਵੇਗੀ। ਹੁਣ ਜਲਦੀ ਜਲਦੀ ਅਸੀਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਰਿਵਾਈਜ਼ ਕਰਾਂਗੇ। ਪੰਜਾਬ ਦਾ ਰਹਿਣ ਵਾਲਾ। ਜੋ ਵਿਅਕਤੀ ਪੰਜਾਬ ਵਿੱਚ ਰਹਿੰਦਾ ਹੈ, ਪੰਜਾਬੀ। ਜਿਵੇਂ ਹਰਿਆਣਾ ਵਿੱਚ ਰਹਿਣ ਵਾਲਾ ਹਰਿਆਣਵੀ। ਠੀਕ ਹੈ, ਕਸ਼ਮੀਰ ਵਿੱਚ ਰਹਿਣ ਵਾਲਾ ਕਸ਼ਮੀਰੀ। ਪੰਜਾਬ ਵਿੱਚ ਰਹਿਣ ਵਾਲਾ ਪੰਜਾਬੀ। ਦੇਸ਼ ਲਈ ਜਾਨ ਵਾਰ ਦੇਣ ਵਾਲਾ ਸ਼ਹੀਦ। ਜਿਸ ਵਿਅਕਤੀ ਨੇ ਦੇਸ਼ ਦੇ ਵਾਸਤੇ ਕੁਰਬਾਨੀ ਦਿੱਤੀ ਹੋਵੇ ਉਸਨੂੰ ਦੇਸ਼ ਦੇ ਵਾਸਤੇ ਜਾਨ ਵਾਰ ਦੇਣ ਵਾਲਾ ਸ਼ਹੀਦ ਕਹਿੰਦੇ ਹਾਂ। ਜਿਵੇਂ ਸ਼ਹੀਦ ਭਗਤ ਸਿੰਘ। ਭਗਤ ਸਿੰਘ ਨੇ ਦੇਸ਼ ਵਾਸਤੇ ਜਾਨ ਦਿੱਤੀ ਸੀ ਤਾਂ ਸ਼ਹੀਦ ਅਖਵਾਏਗਾ। ਠੀਕ ਹੈ, ਕਵਿਤਾ ਲਿਖਣ ਵਾਲਾ ਕਵੀ। ਮਿੱਟੀ ਦੇ ਬਰਤਨ ਬਣਾਉਣ ਵਾਲਾ ਘੁਮਿਆਰ। ਕਹਾਣੀਆਂ ਲਿਖਣ ਵਾਲਾ ਕਹਾਣੀਕਾਰ। ਇਹ ਤੁਸੀਂ ਡਿਫਰੈਂਸ ਸਮਝਣਾ ਹੈ। ਕਵਿਤਾ ਲਿਖਣ ਵਾਲਾ ਕਵੀ, ਕਹਾਣੀਆਂ ਲਿਖਣ ਵਾਲਾ ਕਹਾਣੀਕਾਰ। ਜੋ ਆਦਮੀ ਪੈਸੇ ਖਰਚ ਨਾ ਕਰੇ, ਕੰਜੂਸ। ਢੋਲੀ, ਢੋਲ ਵਜਾਉਣ ਵਾਲਾ। ਜੋ ਵਿਅਕਤੀ ਢੋਲ ਵਜਾਉਂਦਾ ਹੈ, ਢੋਲ ਇੱਕ ਸਾਜ਼ ਹੈ, ਢੋਲੀ ਅਖਵਾਉਂਦਾ ਹੈ। ਜਿਹੜਾ ਕੰਮ ਤੋਂ ਜੀ ਛੁਡਾਏ, ਯਾਨੀ ਕਿ ਕੰਮ ਕਰਕੇ ਖੁਸ਼ ਨਾ ਹੋਵੇ, ਕੰਮ ਚੋਰ। ਜੋ ਬੋਲ ਨਾ ਸਕਦਾ ਹੋਵੇ, ਗੂੰਗਾ। ਠੀਕ ਹੈ, ਸੱਪ ਦਾ ਬੱਚਾ ਸਪੋਲੀਆ। ਸਪੋਲੀਆ ਦੇ ਸਪੈਲਿੰਗ ਦੇਖੋ। ਸੱਸਾ ਪੱਪੇ ਨੂੰ ਹੋੜਾ, ਲੱਲੇ ਨੂੰ ਬਿਹਾਰੀ, ਐੜੇ ਨੂੰ ਕੰਨਾ, ਸਪੋਲੀਆ। ਠੀਕ ਹੈ, ਮੈਮ ਸਟਾਪ ਰਿਕਾर्डिंग नाउ।